एवरीवन सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਕਿਤਾਬ ਪੰਜਾਬੀ ਪੁਸਤਕ ਪਹਿਲੀ ਭਾਸ਼ਾ ਤੇ ਉਹਦਾ 23ਵਾਂ ਪਾਠ ਹਾਕੀ ਖਿਡਾਰਨ ਅਜਿੰਦਰ ਕੌਰ। ਤਾਂ ਚਲੋ ਇਹਨਾਂ ਬਾਰੇ ਅੱਜ ਆਪਾਂ ਪੜ੍ਹਦੇ ਹਾਂ। ਅੰਤਰਰਾਸ਼ਟਰੀ ਹਾਕੀ ਖਿਡਾਰਨ ਅਜਿੰਦਰ ਕੌਰ ਦਾ ਨਾਮ ਲੈਂਦਿਆਂ ਹੀ ਬਲੌਰੀ ਅੱਖਾਂ ਵਾਲੀ ਕੋਰੀ ਚਿੱਟੀ ਦਰਮਿਆਨੇ ਕੱਦ ਦੀ ਹਸਮੁਖ ਸੂਰਤ आप मुहारे ही सामने आ जाती है। अजिंदर कौर ने भारतीय महिला हाकी दी खेड विच सब तो वध नाम कमाया है। उसने लगभग 15 साल हाकी दी खेड खेडी। इस समय दौरान उसने सैकड़े गोल कीते ते उसदी खेड दियां थां-थां धूमां पईयां। अजिंदर कौर दा जन्म 14 जुलाई 1951 ਨੂੰ ਈਸਵੀ ਨੂੰ ਜਲੰਧਰ ਵਿਖੇ ਹੋਇਆ। ਆਪ ਜੀ ਦੀ ਮਾਤਾ ਦਾ ਨਾਮ ਸਤਵੰਤ ਕੌਰ ਅਤੇ ਪਿਤਾ ਜੀ ਦਾ ਨਾਮ ਸਰਦਾਰ ਨੰਦ ਸਿੰਘ ਸੀ। ਆਪ ਦੇ ਪਿਤਾ ਇੱਕ ਸਰਕਾਰੀ ਅਧਿਕਾਰੀ ਸਨ। ਅਜਿੰਦਰ ਕੌਰ 9ਵੀਂ ਵਿੱਚ ਪੜ੍ਹਦੀ ਸੀ ਜਦੋਂ ਪ੍ਰਸਿੱਧ ਹਾਕੀ ਕੋਚ ਗੁਰਚਰਨ ਸਿੰਘ ਬੋਦੀ ਦੇ ਸੰਪਰਕ ਵਿੱਚ ਆਈ। ਉਹਨਾਂ ਪਾਸੋਂ ਹਾਕੀ ਦੀ ਖੇਡ ਖੇਡਣੀ ਸ਼ੁਰੂ ਕੀਤੀ ਤੇ ਉਸ ਪਿੱਛੋਂ ਉਸਨੇ ਕਦੇ ਪਿਛਾਂ ਮੁੜ ਕੇ ਨਹੀਂ ਦੇਖਿਆ। ਤੇ ਇੱਥੇ ਦੱਸਿਆ ਗਿਆ ਇਸ ਕੁੜੀ ਬਾਰੇ ਜਿਹਨੇ ਆਪਣਾ ਨਾਂ ਜਿਹੜਾ ਹੈਗਾ ਉਹ ਉੱਚੇ ਮੁਕਾਮ ਤੱਕ ਲੈ ਕੇ ਗਈ, ਉਹਨਾਂ ਦਾ ਨਾਂ ਹੈਗਾ ਅਜਿੰਦਰ ਕੌਰ। ਤੇ ਜਦ ਵੀ ਆਪਾਂ ਉਹਨਾਂ ਬਾਰੇ ਸੋਚਦੇ ਹਾਂ ਜੋ ਅੰਤਰਰਾਸ਼ਟਰੀ ਖਿਡਾਰੀ ਹੈਗੇ ਨੇ ਤਾਂ ਉਹਨਾਂ ਦਾ ਮੁਖ ਜਿਹੜਾ ਹੈਗਾ ਉਹਦੇ ਤੇ ਸਮਾਈਲ ਯਾਦ ਆ ਜਾਂਦੀ ਹੈ, ਉਹਨਾਂ ਦੇ ਬਾਲ ਤੇ ਉਹਨਾਂ ਦੀ ਅੱਖਾਂ ਯਾਦ ਆ ਜਾਂਦੀਆਂ ਨੇ ਵੀ ਕਿੰਨਾ ਆਨੰਦ ਆਂਦਾ ਸੀ ਉਸ ਕੁੜੀ ਨੂੰ ਦੇਖ ਕੇ ਉਸ ਮੁਕਾਮ ਤੱਕ। ਤੇ ਦੇਖਣ ਨੂੰ ਵੀ ਬਹੁਤ ਸੋਹਣੀ ਸੀ। ਅਜਿੰਦਰ ਕੌਰ ਜਿਹੜੀ ਸੀ ਉਹ ਭਾਰਤ ਦੀ ਇਹ ਜਿਹੀ ਪਹਿਲੀ ਮਹਿਲਾ ਸੀ ਜਿਹਨੇ ਹਾਕੀ ਦੇ ਵਿੱਚ ਬਹੁਤ ਵੱਧ ਆਪਣਾ ਨਾਂ ਜਿਹੜਾ ਸੀ ਉਹ ਕਮਾਇਆ ਸੀ, ਤਰੱਕੀ ਕੀਤੀ ਸੀ। ਤੇ ਉਹਨੇ ਲਗਭਗ ਬਹੁਤ ਇੰਟਰਰਾਸ਼ਟਰੀ ਖੇਡਾਂ ਵਿੱਚ ਜਾ ਕੇ ਹਾਕੀ ਨੂੰ ਇੱਕ ਵੱਡਾ ਨਾਂ ਦਿੱਤਾ ਸੀ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਦਾ ਜਨਮ 14 ਜੁਲਾਈ 1951 ਈਸਵੀ ਨੂੰ ਜਲੰਧਰ ਵਿੱਚ ਹੋਇਆ। ਮਾਤਾ ਜੀ ਦਾ ਨਾਮ ਸਤਵੰਤ ਕੌਰ ਸੀ, ਪਿਤਾ ਜੀ ਦਾ ਨਾਮ ਸਰਦਾਰ ਨੰਦ ਸਿੰਘ ਸੀ ਤੇ ਪਿਤਾ ਜੀ ਇੱਕ ਸਰਕਾਰੀ ਅਧਿਕਾਰੀ ਸਨ। ਤੇ ਅਜਿੰਦਰ ਕੌਰ 9ਵੀਂ ਕਲਾਸ ਵਿੱਚ ਪੜ੍ਹਦੀ ਸੀ ਜਦ ਪ੍ਰਸਿੱਧ ਹਾਕੀ ਦੇ ਜਿਹੜੇ ਕੋਚ ਹੈਗੇ ਨੇ ਗੁਰਚਰਨ ਸਿੰਘ, ਉਹਨਾਂ ਦੀ ਉਹ ਸੰਪਰਕ ਦੇ ਵਿੱਚ ਆਈ ਤੇ ਉਹਨਾਂ ਨੇ ਉਹਨਾਂ ਨੂੰ ਗਾਈਡ ਕੀਤਾ ਤੇ ਉਸ ਤੋਂ ਬਾਅਦ ਕਦੇ ਵੀ ਉਹਨਾਂ ਨੇ ਪਿੱਛਾ ਮੁੜ ਕੇ ਨਹੀਂ ਦੇਖਾ। ਜਲੰਧਰ ਸ਼ਹਿਰ ਹਾਕੀ ਦਾ ਘਰ ਹੈ। ਹਾਕੀ ਖੇਡਣ ਵਾਲੇ ਜਿੰਨੇ ਖਿਡਾਰੀ ਜਲੰਧਰ ਵਿੱਚ ਰਹਿੰਦੇ ਹਨ ਸ਼ਾਇਦ ਹੀ ਕਿਸੇ ਹੋਰ ਸ਼ਹਿਰ ਵਿੱਚ ਰਹਿੰਦੇ ਹੋਣ। ਉੱਥੇ ਲੜਕੀਆਂ ਨੂੰ ਥਾਂ-ਥਾਂ ਹਾਕੀ ਖੇਡਦਿਆਂ ਦੇਖ ਕੇ ਅਜਿੰਦਰ ਕੌਰ ਦੇ ਦਿਲ ਵਿੱਚ ਹਾਕੀ ਖੇਡਣ ਦੀ ਇੱਛਾ ਪੈਦਾ ਹੋਈ। ਉਸ ਵੇਲੇ ਸਕੂਲਾਂ ਵਿੱਚ ਲੜਕੀਆਂ ਦੇ ਖੇਡਣ ਦਾ ਕੋਈ ਪ੍ਰਬੰਧ ਨਹੀਂ ਸੀ। ਅਜਿੰਦਰ ਦੇ ਵਾਰ-ਵਾਰ ਕਹਿਣ ਤੇ ਸਕੂਲ ਵਿੱਚ ਹਾਕੀ ਦੀ ਖੇਡ ਸ਼ੁਰੂ ਕੀਤੀ ਗਈ। ਇਸ ਤਰ੍ਹਾਂ ਸਮਝੋ ਕਿ ਜਲੰਧਰ ਵਿੱਚ ਲੜਕੀਆਂ ਦੀ ਹਾਕੀ ਦਾ ਆਰੰਭ ਵੀ ਉਸਨੇ ਹੀ ਕੀਤਾ। ਹੁਣ ਜਲੰਧਰ ਵਿੱਚ ਹਾਕੀ ਜਿਹੜੀ ਹੈਗੀ ਉਹਦਾ ਘਰ ਕਿਹਾ ਜਾਂਦਾ ਜਲੰਧਰ ਨੂੰ, ਥਾਂ-ਥਾਂ ਤੇ ਹਰ ਕੋਈ ਹਾਕੀ ਖੇਡ ਰਿਹਾ ਹੁੰਦਾ ਹੈ। ਪਰ ਉਸ ਟਾਈਮ ਦੇ ਵਿੱਚ ਜਦ ਅਜਿੰਦਰ ਕੌਰ ਪੜ੍ਹ ਰਹੀ ਸੀ ਸਕੂਲ ਦੇ ਵਿੱਚ ਕੋਈ ਪ੍ਰਬੰਧ ਨਹੀਂ ਸੀ ਹਾਕੀ ਖੇਡਣ ਦਾ ਤੇ ਅਜਿੰਦਰ ਕੌਰ ਨੇ ਬਾਰ-ਬਾਰ ਗੁਹਾਰ ਲਾਈ ਸਕੂਲ ਵਾਲਿਆਂ ਨੂੰ ਵੀ ਪ੍ਰਬੰਧ ਕੀਤਾ ਜਾਏ ਤੇ ਫਿਰ ਇਹ ਖੇਡ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਸਕੂਲ ਦੇ ਵਿੱਚ ਵੀ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਕੁੜੀਆਂ ਦਾ ਹਾਕੀ ਖੇਡਣ ਦਾ ਜਿਹੜਾ ਅਸਲ ਸ਼ੁਰੂਆਤ ਹੈ ਉਹ ਅਜਿੰਦਰ ਕੌਰ ਨੇ ਹੀ ਕਰਾਈ ਸੀ। ਅਜਿੰਦਰ ਕੌਰ ਨੇ ਆਪਣੇ ਸਕੂਲ ਸਮੇਂ ਤਕਰੀਬਨ ਹਰ ਖੇਡ ਵਿੱਚ ਹਿੱਸਾ ਲਿਆ। ਉਹ ਗੋਲਾ ਸੁੱਟਣ ਵਿੱਚ ਵੀ ਮਾਹਰ ਸੀ। ਉਸ ਦਾ ਨਿੱਘਰ ਸਰੀਰ ਇਸ ਖੇਡ ਵਿੱਚ ਮਦਦਗਾਰ ਸੀ। ਅਜਿੰਦਰ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਉਸਨੇ ਨੈਸ਼ਨਲ ਪੱਧਰ ਤੇ ਖੇਡਣ ਤੋਂ ਪਹਿਲਾਂ ਹੀ ਇੰਟਰਨੈਸ਼ਨਲ ਮੈਚ ਖੇਡਿਆ। 1967 ਈਸਵੀ ਵਿੱਚ ਜਦੋਂ ਉਹ ਕੇਵਲ 16 ਸਾਲਾਂ ਦੀ ਸੀ ਉਦੋਂ ਉਹ ਭਾਰਤ ਦੀ ਟੀਮ ਵਿੱਚ ਖੇਡਣ ਲਈ ਚੁਣੀ ਗਈ। ਉਸਨੇ 1967 ਈਸਵੀ ਤੋਂ 1972 ਈਸਵੀ ਤੱਕ ਲਗਾਤਾਰ ਪੰਜਾਬ ਲਈ ਹਾਕੀ ਖੇਡੀ ਅਤੇ ਇਸ ਸਮੇਂ ਦੌਰਾਨ ਉਹ ਭਾਰਤੀ ਹਾਕੀ ਤੇ ਵੀ ਛਾਈ ਰਹੀ। ਅਜਿੰਦਰ ਕੌਰ ਸਰਕਾਰੀ ਹਾਇਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ ਦੀ ਕੋਚ ਬਣੀ ਤੇ ਉੱਥੇ ਕਈ ਹਾਕੀ ਖਿਡਾਰਨਾਂ ਤਿਆਰ ਕੀਤੀਆਂ। ਉਹਨਾਂ ਵਿੱਚ ਰਾਜਵੀਰ ਕੌਰ ਅਰਜੁਨ ਅਵਾਰਡ ਵਿਜੇਤਾ ਦਾ ਨਾਮ ਸਭ ਤੋਂ ਉੱਪਰ ਹੈਗਾ। ਤੇ ਇੱਥੇ ਦੱਸਿਆ ਗਿਆ ਹੈ ਵੀ ਅਜਿੰਦਰ ਕੌਰ ਜਿਹੜੀ ਹੈਗੀ ਹੈ ਉਹਨੇ ਆਪ ਤਾਂ ਉੱਚ ਮੁਕਾਮ ਹਾਸਲ ਕੀਤਾ ਹੀ ਪਰ ਉਸ ਤੋਂ ਬਾਅਦ ਉਹ ਆਪ
ਵੀ ਲੱਗੀ ਰਹੀ ਕੁੜੀਆਂ ਨੂੰ ਹਾਕੀ ਸਿਖਾਉਣ ਦੇ ਲਈ, ਤੇ ਜਿਨ੍ਹਾਂ ਨੂੰ ਉਹਨੇ ਹਾਕੀ ਸਿਖਾਈ ਉਹਨਾਂ ਵਿੱਚੋਂ ਇੱਕ ਉੱਭਰਿਆ ਨਾਮ ਹੈਗਾ ਰਾਜਵੀਰ ਕੌਰ, ਜਿਹਨੂੰ ਅਰਜੁਨ ਅਵਾਰਡ ਵੀ ਦਿੱਤਾ ਗਿਆ। ਤੇ ਹੈਰਾਨੀ ਦੀ ਗੱਲ ਇਹ ਹੈਗੀ ਵੀ ਨੈਸ਼ਨਲ ਪੱਧਰ ਤੇ ਖੇਡਣ ਤੋਂ ਪਹਿਲਾਂ ਉਹ ਅੰਤਰਰਾਸ਼ਟਰੀ ਮੈਚ ਖੇਡ ਕੇ ਆ ਗਈ ਸੀ, ਤੇ 1967 ਦੇ ਵਿੱਚ ਉਹ 16 ਸਾਲ ਦੀ ਜਿਹੜੀ ਉਮਰ ਸੀ ਉਹਦੇ ਵਿੱਚ ਭਾਰਤ ਟੀਮ ਨੂੰ ਰਿਪਰੈਜ਼ੈਂਟ ਕਰਕੇ ਆਈ ਸੀ, ਚੁਣੀ ਗਈ ਸੀ। ਤੇ ਉਹਨੇ ਲਗਭਗ 1967 ਤੋਂ ਲੈ ਕੇ 78 ਈਸਵੀ ਤੱਕ ਪੰਜਾਬ ਲਈ ਹਾਕੀ ਖੇਡੀ, ਤੇ ਭਾਰਤ ਦਾ ਵੀ ਬਹੁਤ ਜ਼ਿਆਦਾ ਨਾਂ ਜਿਹੜਾ ਹੈ ਉਹਨੇ ਰੋਸ਼ਨ ਕੀਤਾ। ਇਸ ਵੇਲੇ ਅੱਗੇ ਚੱਲਦੇ ਹਾਂ। ਕੁਝ ਵਰੇ ਪਹਿਲਾਂ ਅੰਮ੍ਰਿਤਸਰ ਵਿੱਚ ਪੰਜਾਬਣਾਂ ਦਾ ਖੇਡ ਮੇਲਾ ਮਨਾਇਆ ਗਿਆ। ਜਦੋਂ ਉਹ ਸਫੈਦ ਰੰਗ ਦੀ ਖੇਡ ਪੁਸ਼ਾਕ ਪਹਿਨ ਕੇ ਮੈਦਾਨ ਵਿੱਚ ਮਿਸਾਲ ਜਗਾਉਣ ਲਈ ਆਈ, ਉਦੋਂ ਇੰਜ ਜਾਪਿਆ ਜਿਵੇਂ ਮੈਦਾਨ ਵਿੱਚ ਰੋਸ਼ਨੀ ਹੋ ਗਈ ਹੋਵੇ। ਸ਼ਾਇਦ ਹੀ ਕੋਈ ਭਾਰਤੀ ਹਾਕੀ ਟੀਮ ਚੁਣੀ ਗਈ ਹੋਵੇ ਜਿਸ ਵਿੱਚ ਅਜਿੰਦਰ ਕੌਰ ਨੂੰ ਸ਼ਾਮਲ ਨਾ ਕੀਤਾ ਗਿਆ ਹੋਵੇ। ਉਹ ਫੁੱਲ ਬੈਕ ਤੇ ਸੈਂਟਰ ਹਾਫ ਦੋਹਾਂ ਪੋਜੀਸ਼ਨਾਂ ਤੇ ਵਧੀਆ ਖੇਡ ਲੈਂਦੀ ਸੀ। ਅਜਿੰਦਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਔਰਤਾਂ ਵਾਲੀ ਨਹੀਂ ਸਗੋਂ ਮਰਦਾਂ ਵਾਲੀ ਹਾਕੀ ਖੇਡਦੀ ਸੀ। ਉਸਨੇ 3 ਸਾਲ ਨਹਿਰੂ ਗਾਰਡਨ ਸਕੂਲ ਲਈ, 3 ਸਾਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਲਈ ਅਤੇ 3 ਸਾਲ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਲਈ ਹਾਕੀ ਖੇਡੀ। 1967 ਈਸਵੀ ਵਿੱਚ ਉਹ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਕਪਤਾਨ ਬਣੀ। ਉਸ ਦੀ ਕਪਤਾਨੀ ਹੇਠ ਯੂਨੀਵਰਸਿਟੀ ਦੀ ਟੀਮ ਨੇ ਅੰਤਰ ਯੂਨੀਵਰਸਿਟੀ ਯਾਨੀ ਇੰਟਰ ਯੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਜਿੱਤ ਲਈ। 1967 ਈਸਵੀ ਦੇ ਪਹਿਲੇ ਮਹਿਲਾ ਏਸ਼ੀਆਈ ਹਾਕੀ ਟੂਰਨਾਮੈਂਟ ਸਮੇਂ ਉਹ ਭਾਰਤੀ ਟੀਮ ਵਿੱਚ ਖੇਡੀ ਤੇ ਭਾਰਤੀ ਟੀਮ ਤੀਜੇ ਨੰਬਰ ਤੇ ਰਹੀ। ਉਹ ਟੋਕੀਓ, ਨਿਊਜ਼ੀਲੈਂਡ, ਫਰਾਂਸ, ਸਕਾਟਲੈਂਡ, ਸਪੇਨ ਗਈ ਤੇ ਹਰ ਥਾਂ ਜਿੱਤ ਪ੍ਰਾਪਤ ਕੀਤੀ। ਅਜਿੰਦਰ ਲਈ ਉਹ ਪਲ ਸਭ ਤੋਂ ਵੱਧ ਯਾਦਗਾਰੀ ਸਨ ਜਦੋਂ ਉਸਨੇ 1976 ਈਸਵੀ ਵਿੱਚ ਮਦਰਾਸ ਵਿਖੇ ਬੇਗਮ ਰਸੂਲ ਟਰਾਫੀ ਨਾਂ ਦਾ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ। ਉਸ ਦੇ ਵਧੀਆ ਪ੍ਰਦਰਸ਼ਨ ਸਦਕਾ ਹੀ ਭਾਰਤੀ ਟੀਮ ਨੂੰ ਜਿੱਤ ਪ੍ਰਾਪਤ ਹੋਈ। ਇਸ ਤਰ੍ਹਾਂ ਉਸਨੇ ਲਗਾਤਾਰ 1967 ਈਸਵੀ ਤੋਂ 1978 ਈਸਵੀ ਤੱਕ ਭਾਰਤੀ ਟੀਮ ਵਿੱਚ ਸ਼ਿਰਕਤ ਕੀਤੀ, ਤੇ ਸਾਰਾ ਕੁਝ ਉਹਦੇ ਬਾਰੇ ਦੱਸਿਆ ਗਿਆ ਹੈ ਵੀ ਕਿਹੜੀ ਈਸਵੀ ਵਿੱਚ ਉਹਨੇ ਕਿਹੜਾ ਮੈਚ ਖੇਲਿਆ, ਕਦੋਂ ਜਿੱਤੀ, ਕਿਹੜੀ ਉਮਰ ਸੀ, ਸਭ ਵੇਰਵਾ ਦਿੱਤਾ ਗਿਆ। ਅਜਿੰਦਰ ਕੌਰ ਦੱਸਦੀ ਹੈ ਕਿ ਉਸਦੇ ਘਰਦਿਆਂ ਨੇ ਉਸਨੂੰ ਕਦੇ ਹਾਕੀ ਖੇਡਣ ਤੋਂ ਨਹੀਂ ਰੋਕਿਆ। ਜਿਸ ਲੜਕੀ ਦੇ ਮਾਪੇ ਖੇਡਣ ਦੀ ਖੁੱਲ੍ਹ ਦਿੰਦੇ ਹੋਣ, ਇਸ ਤੋਂ ਵੱਧ ਉਤਸ਼ਾਹ ਕੀ ਹੋਰ ਕੀ ਹੋ ਸਕਦਾ ਹੈ। ਪੰਜਾਬ ਦੇ ਇਸ ਮਹਾਨ ਖਿਡਾਰਨ ਦੀ ਕੋਈ ਖਾਸ ਖੁਰਾਕ ਵੀ ਨਹੀਂ ਸੀ, ਸਿਰਫ ਘਰ ਦੀ ਦਾਲ ਰੋਟੀ ਹੀ ਖਾਂਦੀ ਸੀ। ਹਾਕੀ ਖੇਡਦਿਆਂ ਅਜਿੰਦਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕਦੇ ਉਸਦੀ ਹਾਕੀ ਟੁੱਟ ਜਾਣੀ ਤਾਂ ਨਵੀਂ ਮਸਾਂ ਮਿਲਣੀ, ਕਦੇ ਗੇਂਦ ਗਵਾਚ ਜਾਣੀ ਤੇ ਨਵੀਂ ਦਾ ਪ੍ਰਬੰਧ ਛੇਤੀ ਨਾ ਹੋਣਾ, ਕਦੇ ਵਰਦੀ ਮੁਕੰਮਲ ਨਾ ਹੋਣੀ, ਕਦੇ ਪੜ੍ਹਾਈ ਤੇ ਘਰੇਲੂ ਕੰਮਾਂ ਕਾਰਨ ਖੇਡਣ ਦਾ ਸਮਾਂ ਘੱਟ ਮਿਲਣਾ ਤੇ ਕਦੇ ਖੇਡਦਿਆਂ ਹੋਇਆ ਦਰਸ਼ਕਾਂ ਦੇ ਬੋਲ ਕਬੋਲ ਵੀ ਸੁਣਨੇ ਪੈਂਦੇ। ਇੱਥੇ ਦੱਸਿਆ ਗਿਆ ਵੀ ਅਜਿੰਦਰ ਕੌਰ ਦੇ ਜਿਹੜੇ ਘਰ ਦੇ ਸੀ ਉਹਨਾਂ ਨੇ ਉਸਦਾ ਪੂਰਾ ਸਹਿਯੋਗ ਦਿੱਤਾ, ਤੇ ਜਿਸ ਕੁੜੀ ਦੇ ਮਾਪੇ ਉਸਦਾ ਸਹਿਯੋਗ ਦਿੰਦੇ ਨੇ, ਉਹਨੂੰ ਖੁੱਲ੍ਹ ਦਿੰਦੇ ਨੇ, ਉਹਨੂੰ ਵੱਧ ਤੋਂ ਵੱਧ ਉਤਸ਼ਾਹ ਮਿਲਦਾ ਵੀ ਮੈਂ ਕੁਝ ਕਰਕੇ ਦਿਖਾਵਾਂ। ਤੇ ਪੰਜਾਬ ਦੀ ਜਿਹੜੀ ਮਹਾਨ ਖਿਡਾਰਨ ਹੈਗੀ, ਇਹਦੀ ਖੁਰਾਕ ਵੀ ਕੋਈ ਖਾਸ ਨਹੀਂ ਸੀ, ਘਰ ਦੀ ਰੋਟੀ ਹੀ ਖਾਂਦੀ ਸੀ, ਪਰ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਦੇ ਹਾਕੀ ਟੁੱਟ ਗਈ, ਕਦੇ ਫੀਤੇ ਨਹੀਂ ਮਿਲੇ, ਕਦੇ ਆਪਣੀ ਵਰਦੀ ਨਹੀਂ ਮਿਲੀ, ਕਦੇ ਬਾਲ ਜਾਂ ਗੇਂਦ ਗੁੰਮ ਗਈ ਤਾਂ ਸੌਖੇ ਕਿਤੇ ਨਹੀਂ ਮਿਲਦੀ ਸੀ, ਕਦੇ ਪੜ੍ਹਾਈ ਵਿੱਚ ਰੁੱਝੇ ਰਹਿਣਾ, ਕਦੇ ਘਰੇਲੂ ਕੰਮਾਂ ਵਿੱਚ ਰੁੱਝੇ ਰਹਿਣਾ ਤੇ ਹੋਰ ਜਿਹੜਾ ਸਮਾਂ ਘੱਟ ਮਿਲਦਾ ਸੀ। ਕਦੇ ਜਦੋਂ ਮੈਚ ਖੇਡਦੀ ਸੀ ਹਾਰ ਜਿੱਤ ਤਾਂ ਲੱਗੀ ਰਹਿੰਦੀ ਹੈ, ਪਰ ਕਦੇ ਲੋਕ ਉਲਟਾ ਸਿੱਧਾ ਬੋਲ ਦਿੰਦੇ ਸੀ। ਅਜਿੰਦਰ ਕੌਰ ਦੀਆਂ ਹਾਕੀ ਦੀ ਖੇਡ ਵਿੱਚ ਪ੍ਰਾਪਤੀਆਂ ਨੂੰ ਮੁੱਖ ਰੱਖ ਕੇ ਭਾਰਤ ਸਰਕਾਰ ਨੇ 1974 ਈਸਵੀ ਵਿੱਚ ਉਸਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ। 1979 ਈਸਵੀ ਵਿੱਚ ਪੰਜਾਬ ਸਰਕਾਰ ਨੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਅਵਾਰਡ ਦਿੱਤਾ। 1994 ਈਸਵੀ ਵਿੱਚ ਪੰਜਾਬ ਸਪੋਰਟਸ ਵਿਭਾਗ ਨੇ ਪੰਜਾਬ ਦੀ ਮਹਿਲਾ ਆਗੂ ਅਤੇ
ਸਰਬਸ਼੍ਰੇਸ਼ਟ ਖਿਡਾਰਨ ਵਜੋਂ ਸਨਮਾਨਿਤ ਕੀਤਾ। ਉਹਨੂੰ ਵੱਖ-ਵੱਖ ਅਵਾਰਡ ਦਿੱਤੇ ਗਏ ਭਾਰਤ ਸਰਕਾਰ ਵੱਜੋਂ ਤੇ ਕੇਂਦਰ ਦੀ ਸਰਕਾਰ ਵੱਜੋਂ। ਅਜਿੰਦਰ ਆਪਣੀਆਂ ਸਾਰੀਆਂ ਜਿੱਤਾਂ ਦਾ ਸਿਹਰਾ ਆਪਣੇ ਕੋਚ ਸਰਦਾਰ ਗੁਰਚਰਨ ਸਿੰਘ ਬੋਦੀ ਦੇ ਸਿਰ ਬੰਨ੍ਹਦੀ ਹੈ। ਉਹ ਕਹਿੰਦੀ ਇਹ ਜਿੰਨੀ ਵੀ ਮੇਰੀ ਜਿੱਤ ਹੈਗੀ ਹੈ ਸਾਰੇ ਮੇਰੇ ਕੋਚ ਕਰਕੇ ਹੈਗੀ ਹੈ, ਜਿਨ੍ਹਾਂ ਨੇ ਮੈਨੂੰ ਇੰਨਾ ਸਿਖਾਇਆ। ਅਜਿੰਦਰ ਕੌਰ ਨੇ ਖੇਡਣ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਉਸਨੇ ਸਰੀਰਕ ਸਿੱਖਿਆ ਦੀ MA ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਬਾਅਦ ਵਿੱਚ ਇਸ ਵਿਸ਼ੇ ਤੇ PhD ਵੀ ਕੀਤੀ। ਉਸਨੇ ਪਟਿਆਲਾ ਦੇ ਰਾਸ਼ਟਰ ਖੇਡ ਸੰਸਥਾ ਤੋਂ ਕੋਚਿੰਗ ਦਾ ਡਿਪਲੋਮਾ ਹਾਸਲ ਕੀਤਾ। ਉਸਨੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਚੰਡੀਗੜ੍ਹ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਵਜੋਂ ਕੰਮ ਕੀਤਾ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਉਸਨੇ ਕੋਚ ਦੀ ਸੇਵਾ ਵੀ ਨਿਭਾਈ। ਅੱਜ ਕੱਲ੍ਹ ਉਹ ਇੰਗਲੈਂਡ ਵਿਖੇ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ। ਉਹ ਜਦੋਂ ਵੀ ਵਿਦੇਸ਼ ਤੋਂ ਆਉਂਦੀ ਹੈ ਤਾਂ ਆਪਣੇ ਇਸ਼ਟ ਹਾਕੀ ਦੇ ਮੈਦਾਨ ਨੂੰ ਸਿਜਦਾ ਕਰਦੀ ਹੈ ਤੇ ਆਪਣੇ ਰੌਣਕ ਭਰੇ ਅੰਦਾਜ਼ ਨਾਲ ਚਾਰ ਚੁਫੇਰੇ ਮਿਲਣ ਜੁਲਣ ਵਾਲੇ ਜਾਂ ਮਿਲਣ ਗਿਲਣ ਵਾਲਿਆਂ ਵਿੱਚ ਖੁਸ਼ੀਆਂ ਖਿਲਾਰਦੀ ਵਾਪਸ ਪਰਤ ਜਾਂਦੀ ਹੈ। ਤੇ ਇੱਥੇ ਦੱਸਿਆ ਗਿਆ ਵੀ ਅੱਜ ਕੱਲ ਤਾਂ ਉਹ ਲੰਡਨ 'ਚ ਰਹਿ ਰਹੀ ਹੈ, ਪਰ ਏਦਾਂ ਨਹੀਂ ਕਿ ਉਹ ਸਿਰਫ ਖੇਡ ਹੀ ਰਹੀ ਸੀ, ਉਹਨੇ ਪੂਰੀ ਆਪਣੀ ਐਜੂਕੇਸ਼ਨ ਵੀ ਪੂਰੀ ਕੀਤੀ। ਉਹਨੇ ਡਿਪਲੋਮਾ ਕੀਤਾ ਸਪੋਰਟਸ ਦੇ ਵਿੱਚ ਨੈਸ਼ਨਲ ਸਪੋਰਟਸ ਇੰਸਟੀਚਿਊਟ ਤੋਂ, ਤੇ ਉਸ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਦੀ ਟੀਚਰ ਵੀ ਲੱਗੀ ਰਹੀ ਗਵਰਨਮੈਂਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35 ਵਿਖੇ ਚੰਡੀਗੜ੍ਹ ਦੇ ਵਿੱਚ। ਤੇ ਉਹਨੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਪੰਜਾਬ ਸਰਕਾਰ ਦੇ ਵਿੱਚ ਵੀ ਵਿਭਾਗ ਦੇ ਵਿੱਚ ਕੰਮ ਕੀਤਾ। ਤੇ ਅੱਜ ਕੱਲ ਉਹ ਆਪਣੀ ਫੈਮਿਲੀ ਨਾਲ ਇੰਗਲੈਂਡ ਰਹਿ ਰਹੀ ਹੈ। ਤੇ ਜਦ ਵੀ ਉਹ ਆਪਣੇ ਦੇਸ਼ ਵਾਪਸ ਪਰਤਦੀ ਹੈ ਤਾਂ ਆਪਣਾ ਹਾਕੀ ਦਾ ਜਿਹੜਾ ਗਰਾਊਂਡ ਹੈ ਉਹਨੂੰ ਆ ਕੇ ਜ਼ਰੂਰ ਦੇਖਦੀ ਹੈ ਤੇ ਆਪਣੇ ਆਲੇ ਦੁਆਲੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਖੁਸ਼ੀਆਂ ਨਾਲ ਭਰ ਕੇ ਫਿਰ ਵਾਪਸ ਪਰਤ ਜਾਂਦੀ ਹੈ। ਤੇ ਇਹ ਸੀ ਕਹਾਣੀ ਅਜਿੰਦਰ ਕੌਰ ਦੀ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਜੇ ਚੈਪਟਰ ਸਮਝ ਆ ਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।